ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ ਨੂੰ ਸਮਰਪਿਤ ਆਜ਼ਾਦੀ ਕਾ ਸਫ਼ਰ ਤਹਿਤ ਅਸੀਂ ਭਾਰਤ ਦੀ ਆਜ਼ਾਦੀ ਵਿੱਚ ਯੋਗਦਾਨ ਪਾਉਣ ਵਾਲੇ ਵੱਖ-ਵੱਖ ਮੰਨੇ ਪਰਮੰਨੇ ਅਤੇ ਗੁਮਨਾਮ ਆਜ਼ਾਦੀ ਸੰਗਰਾਮੀਆਂ ਦੇ ਜੀਵਨ ਦੇ ਪਹਿਲੂਆਂ ਤੋਂ ਤੁਹਾਨੂੰ ਜਾਣੂ ਕਰਵਾਉਂਦੇ ਹਾਂ। ਇਸ ਤੋਂ ਇਲਾਵਾ ਆਜ਼ਾਦੀ ਦੇ ਸੰਘਰਸ਼ ਨਾਲ ਜੁੜੀਆਂ ਹੋਰ ਗਤੀਵਿਧੀਆਂ ਬਾਰੇ ਵੀ ਦੱਸਦੇ ਹਾਂ। ਅੱਜ ਦੀ ਕੜੀ ਵਿੱਚ ਅਸੀਂ ਤੁਹਾਨੂੰ ਦੇਸ਼ ਦੀ ਆਜ਼ਾਦੀ ਦੇ ਪਹਿਲੇ ਘੋਲ ਦੌਰਾਨ ਬਹਾਦਰ ਸ਼ਾਹ ਜ਼ਫਰ, ਸੁਤੰਤਰਤਾ ਸੈਨਾਨੀ ਅਰੁਣ ਚੰਦਰ ਗੁਹਾ, ਸੁਧਾਂਸ਼ੂ ਵਿਮਲ ਚੰਦਰ ਅਤੇ ਰਾਸ਼ਟਰਵਾਦੀ ਅੱਲਾ ਬਖਸ਼ ਸੁਮੋਰੋ ਬਾਰੇ ਜਾਣਕਾਰੀ ਦੇ ਰਹੇ ਹਾਂ। 14 ਮਈ 1857 ਨੂੰ ਦੇਸ਼ ਦੀ ਆਜ਼ਾਦੀ ਦੇ ਪਹਿਲੇ ਘੋਲ ਦੌਰਾਨ ਬਹਾਦਰ ਸ਼ਾਹ ਜ਼ਫਰ ਨੇ ਦਿੱਲੀ ਵਿੱਚ ਰਾਸ਼ਟਰੀ ਸਰਕਾਰ ਦੀ ਸਥਾਪਨਾ ਕੀਤੀ ਸੀ। ਮੇਰਠ ਵਿੱਚ 10 ਮਈ 1857 ਨੂੰ ਅੰਗਰੇਜ਼ੀ ਭਾਰਤੀ ਸੈਨਾ ਦੇ ਸਿਪਾਹੀਆਂ ਨੇ ਆਜ਼ਾਦੀ ਦਾ ਬਿਗੁਲ ਵਜਾਇਆ ਅਤੇ ਦਿੱਲੀ ਵੱਲ ਕੂਚ ਕੀਤਾ। ਦਿੱਲੀ ਪਹੁੰਚ ਕੇ ਬਹਾਦਰ ਸ਼ਾਹ ਜ਼ਫਰ ਨੂੰ ਉਹਨਾਂ ਨੇ ਆਪਣੀ ਸੇਵਾ ਪ੍ਰਦਾਨ ਕਰਨ ਲਈ ਕਿਹਾ। ਬਹਾਦਰ ਸ਼ਾਹ ਜ਼ਫਰ ਨੇ ਸਿਪਾਹੀਆਂ ਦੀ ਅਪੀਲ ਪ੍ਰਵਾਨ ਕਰ ਲਈ ਅਤੇ ਹਿੰਦੁਸਤਾਨ ਦੇ ਬਾਦਸ਼ਾਹ ਦੇ ਰੂਪ ਵਿੱਚ ਸਿਪਾਹੀਆਂ ਦੀ ਅਗਵਾਈ ਸੰਭਾਲ ਲਈ। ਆਪਣੇ ਪੁੱਤਰਾਂ ਅਤੇ ਸ਼ਾਹੀ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਬਹਾਦਰ ਸ਼ਾਹ ਜ਼ਫਰ ਚਾਂਦਨੀ ਚੌਕ ਗਏ ਅਤੇ ਦੇਸ਼ ਭਗਤ ਸਿਪਾਹੀਆਂ ਨੂੰ ਸੰਬੋਧਿਤ ਕੀਤਾ। ਕਿਉਂਕਿ ਸਿਪਾਹੀਆਂ ਦੇ ਹਮਾਇਤੀ ਸੰਪ੍ਰਭੂ ਸ਼ਾਸਕ ਦੇ ਰੂਪ ਵਿੱਚ ਉਹਨਾਂ ਦਾ ਸਨਮਾਨ ਕਰਦੇ ਸਨ, ਇਸ ਲਈ ਬਹਾਦਰ ਸ਼ਾਹ ਜ਼ਫਰ ਦੇ ਨਾਂ 'ਤੇ ਬ੍ਰਿਟਿਸ਼ ਕੰਪਨੀ ਸ਼ਾਸਨ ਵਿਰੁੱਧ ਉਹ ਅੱਗ ਭੜਕੀ ਜੋ ਤੇਜ਼ੀ ਨਾਲ ਦੇਸ਼ ਦੇ ਕਈ ਹਿੱਸਿਆਂ ਵਿੱਚ ਫੈਲਣ ਲੱਗ ਪਈ। ਬਹਾਦਰ ਸ਼ਾਹ ਜ਼ਫਰ ਨੇ 14 ਮਈ 1857 ਨੂੰ ਦਿੱਲੀ ਵਿੱਚ ਰਾਸ਼ਟਰੀ ਸਰਕਾਰ ਦੀ ਸਥਾਪਨਾ ਕੀਤੀ। ਉਹਨਾਂ ਸਾਰੇ ਹਿੰਦੂ ਅਤੇ ਮੁਸਲਮਾਨ ਅਧਿਕਾਰੀਆਂ, ਰਾਵ ਅਤੇ ਰਾਜਿਆਂ ਨੂੰ ਦਰਬਾਰ ਵਿੱਚ ਆਉਣ ਦੀ ਅਪੀਲ ਕੀਤੀ। ਉਹਨਾਂ ਨੇ ਸਾਰਿਆਂ ਤੋਂ ਸਹਿਯੋਗ ਦੀ ਇੱਛਾ ਵੀ ਜਤਾਈ ਅਤੇ ਇਸ ਤਰ੍ਹਾਂ ਜਾਗੀਰਦਾਰਾਂ ਅਤੇ ਅਮੀਰਾਂ ਨੂੰ ਪੱਤਰ ਭੇਜ ਕੇ ਉਹਨਾਂ ਨੂੰ ਅੰਗਰੇਜ਼ਾਂ ਵਿਰੁੱਧ ਲੜਾਈ ਵਿੱਚ ਸ਼ਾਮਲ ਹੋਣ ਲਈ ਕਿਹਾ। ਅਗਲੇ 4 ਮਹੀਨਿਆਂ ਤੱਕ ਦਿੱਲੀ ਆਜ਼ਾਦੀ ਦੀ ਪਹਿਲੀ ਲੜਾਈ ਦਾ ਕੇਂਦਰ ਬਣੀ ਰਹੀ, ਜਿਸ ਨੇ ਬ੍ਰਿਟਿਸ਼ ਸਾਮਰਾਜ ਨੂੰ ਹਿਲਾ ਕੇ ਰੱਖ ਦਿੱਤਾ। ਅੱਜ ਅਸੀਂ ਸੁਤੰਤਰਤਾ ਸੈਨਾਨੀ ਅਰੁਣ ਚੰਦਰ ਗੁਹਾ ਨੂੰ ਵੀ ਯਾਦ ਕਰ ਰਹੇ ਹਾਂ। ਉਹਨਾਂ ਦਾ ਜਨਮ 14 ਮਈ 1892 ਨੂੰ ਬੰਗਾਲ ਦੇ ਬਾਰੀਸਾਲ ਵਿੱਚ ਹੋਇਆ ਸੀ। ਗੁਹਾ ਸਰਸਵਤੀ ਲਾਇਬ੍ਰੇਰੀ ਦੇ ਨਾਮ ਨਾਲ ਪਬਲੀਕੇਸ਼ਨ ਹਾਊਸ ਚਲਾਉਂਦੇ ਸਨ। ਇਸੇ ਮਾਧਿਅਮ ਨਾਲ ਉਹ ਰਾਸ਼ਟਰੀ ਭਾਵਨਾ ਨਾਲ ਭਰਪੂਰ ਲੇਖ ਪ੍ਰਕਾਸ਼ਿਤ ਕਰਦੇ ਸਨ। ਗੁਹਾ ਨੇ ਸਵਾਧੀਨਤਾ ਹਫ਼ਤਾਵਾਰੀ ਵੀ ਪ੍ਰਕਾਸ਼ਿਤ ਕੀਤਾ, ਜਿਸ 'ਤੇ 1930 ਵਿੱਚ ਪਾਬੰਦੀ ਲਗਾ ਦਿੱਤੀ ਗਈ ਸੀ। ਅੰਗਰੇਜ਼ ਸਰਕਾਰ ਨੇ ਸਵਾਧੀਨਤਾ ਹਫ਼ਤਾਵਾਰੀ ਦੇ 4 ਸੰਪਾਦਕਾਂ ਨੂੰ ਰਾਜ ਦਰੋਹੀ ਠਹਿਰਾਇਆ। ਅਰੁਣ ਚੰਦਰ ਗੁਹਾ 1906 ਵਿੱਚ ਜੁਗਾਂਤਰ ਪਾਰਟੀ ਵਿੱਚ ਸ਼ਾਮਲ ਹੋ ਗਏ। ਜੁਗਾਂਤਰ ਪਾਰਟੀ ਦੀਆਂ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਕਾਰਨ ਉਹਨਾਂ ਨੂੰ ਕਈ ਵਾਰ ਗ੍ਰਿਫਤਾਰ ਕੀਤਾ ਗਿਆ ਅਤੇ ਨਜ਼ਰਬੰਦ ਰੱਖਿਆ ਗਿਆ। ਉਹਨਾਂ ਨੂੰ 1920 ਵਿੱਚ ਨਾ ਮਿਲਵਰਤਨ ਅੰਦੋਲਨ ਦੌਰਾਨ ਵੀ ਗ੍ਰਿਫਤਾਰ ਕੀਤਾ ਗਿਆ। ਰਿਹਾ ਹੋਣ ਤੋਂ ਬਾਅਦ ਗੁਹਾ ਪੱਛਮੀ ਬੰਗਾਲ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ ਬਣ ਗਏ। ਉਸ ਤੋਂ ਬਾਅਦ ਗੁਹਾ 1923 ਵਿੱਚ ਆਲ ਇੰਡੀਆ ਕਾਂਗਰਸ ਕਮੇਟੀ ਵਿੱਚ ਸ਼ਾਮਲ ਹੋ ਗਏ ਅਤੇ 26 ਸਾਲਾਂ ਤੱਕ ਉਸ ਦੇ ਮੈਂਬਰ ਰਹੇ। ਅਰੁਣ ਚੰਦਰ ਗੁਹਾ ਪੱਛਮੀ ਬੰਗਾਲ ਤੋਂ ਭਾਰਤ ਦੀ ਸੰਵਿਧਾਨ ਸਭਾ ਲਈ ਚੁਣੇ ਗਏ। ਉਹਨਾਂ ਸੰਵਿਧਾਨ ਸਭਾ ਦੀਆਂ ਚਰਚਾਵਾਂ ਵਿੱਚ ਸਰਗਰਮੀ ਨਾਲ ਹਿੱਸਾ ਲਿਆ। ਉਹਨਾਂ ਨੇ ਪਹਿਲੀ, ਦੂਜੀ ਅਤੇ ਤੀਜੀ ਲੋਕ ਸਭਾ ਵਿੱਚ ਸੰਸਦ ਮੈਂਬਰ ਦੇ ਰੂਪ ਵਿੱਚ ਸੇਵਾ ਕੀਤੀ। ਗੁਹਾ ਪ੍ਰਸਿੱਧ ਲੇਖਕ ਵੀ ਸਨ। ਉਹਨਾਂ ਦੀਆਂ ਪ੍ਰਮੁੱਖ ਕਿਤਾਬਾਂ ਵਿੱਚ ਅਰਬਿੰਦੋ ਅਤੇ ਜੁਗਾਂਤਰ, ਸ੍ਰਿਸ਼ਟੀ ਅਤੇ ਸਭਿਅਤਾ ਅਤੇ ਦੇਸ਼ ਪਰਿਚੈ ਸ਼ਾਮਲ ਹਨ। ਮਹਾਨ ਰਾਸ਼ਟਰਵਾਦੀ ਅਰੁਣ ਚੰਦਰ ਗੁਹਾ ਨੂੰ ਸਾਡੀ ਭਾਵ ਭਿੰਨੀ ਸ਼ਰਧਾਂਜਲੀ। ਅੱਜ ਅਸੀਂ ਸੁਧਾਂਸ਼ੂ ਵਿਮਲ ਚੰਦਰ ਨੂੰ ਵੀ ਯਾਦ ਕਰ ਰਹੇ ਹਾਂ, ਜੋ ਬੰਗਾਲ ਦੇ ਚਟਗਾਂਵ ਦੇ ਵਸਨੀਕ ਸਨ। ਸੁਧਾਂਸ਼ੂ ਅਨੁਸ਼ੀਲਨ ਕਮੇਟੀ ਦੇ ਸਰਗਰਮ ਮੈਂਬਰ ਸਨ। ਕ੍ਰਾਂਤੀਕਾਰੀ ਗਤੀਵਿਧੀਆਂ ਕਾਰਨ ਉਹਨਾਂ ਨੂੰ 31 ਮਈ 1935 ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਚਟਗਾਂਵ ਜੇਲ੍ਹ ਭੇਜ ਦਿੱਤਾ ਗਿਆ। 1935 ਵਿੱਚ ਉਹਨਾਂ ਨੂੰ ਜੈਸੇਰ ਤੇ ਕੇਸ਼ਵਪੁਰ ਵਿੱਚ ਨਜ਼ਰਬੰਦ ਕੀਤਾ ਗਿਆ, ਜਿੱਥੇ 14 ਮਈ 1936 ਨੂੰ ਉਹਨਾਂ ਦਾ ਦੇਹਾਂਤ ਹੋ ਗਿਆ। ਮਹਾਨ ਸੁਤੰਤਰਤਾ ਸੈਨਾਨੀ ਸੁਧਾਂਸ਼ੂ ਵਿਮਲ ਚੰਦਰ ਨੂੰ ਨਮਨ। ਅੱਜ ਰਾਸ਼ਟਰਵਾਦੀ ਅੱਲਾ ਬਖਸ਼ ਸੁਮਰੋ ਦੀ ਬਰਸੀ ਵੀ ਹੈ। ਉਹਨਾਂ ਦਾ ਜਨਮ ਸਿੰਧ ਵਿੱਚ 1903 ਵਿੱਚ ਹੋਇਆ ਸੀ। ਅੱਲਾ ਬਖਸ਼ ਜ਼ਿਮੀਂਦਾਰ ਅਤੇ ਸਰਕਾਰੀ ਠੇਕੇਦਾਰ ਸਨ। ਸਿੰਧ ਪ੍ਰਾਂਤ ਬਣਨ ਤੋਂ ਬਾਅਦ ਇਤਿਹਾਦ ਪਾਰਟੀ ਬਣਾਈ। 1937 ਵਿੱਚ ਵਿਧਾਨ ਸਭਾ ਚੋਣਾਂ ਤੋਂ ਬਾਅਦ ਇਤਿਹਾਦ ਪਾਰਟੀ ਨੇ ਕਾਂਗਰਸ ਨਾਲ ਮਿਲ ਕੇ ਸਰਕਾਰ ਬਣਾਈ ਅਤੇ ਅੱਲਾ ਬਖਸ਼ ਮੁੱਖ ਮੰਤਰੀ ਬਣੇ। ਅੱਲਾ ਬਖਸ਼ ਦੀ ਅਗਵਾਈ ਵਿੱਚ ਸਰਕਾਰ ਨੇ 1938 ਤੋਂ 1942 ਤੱਕ ਕੰਮ ਕੀਤਾ। ਸੱਚੇ ਰਾਸ਼ਟਰਵਾਦੀ ਹੋਣ ਦੇ ਨਾਤੇ ਅੱਲਾ ਬਖਸ਼ ਨੇ ਮੁਸਲਿਮ ਲੀਗ ਦੀ ਵੱਖਵਾਦੀ ਰਾਜਨੀਤੀ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ। 1940 ਵਿੱਚ ਜਦੋਂ ਦਿੱਲੀ ਵਿੱਚ ਆਲ ਇੰਡੀਆ ਆਜ਼ਾਦ ਕਾਨਫਰੰਸ ਸੱਦੀ ਗਈ ਤਾਂ ਅੱਲਾ ਬਖਸ਼ ਨੂੰ ਇਜਲਾਸ ਦੀ ਪ੍ਰਧਾਨਗੀ ਸੌਂਪੀ ਗਈ। ਜਦੋਂ ਭਾਰਤ ਛੱਡੋ ਅੰਦੋਲਨ ਸ਼ੁਰੂ ਹੋਇਆ ਤਾਂ ਉਹਨਾਂ ਨੇ ਸੱਤਿਆਗ੍ਰਹੀਆਂ ਦੀ ਮਦਦ ਲਈ ਕਰਾਚੀ ਵਿੱਚ ਵੱਡਾ ਬੰਗਲਾ ਕਿਰਾਏ 'ਤੇ ਲਿਆ। ਉਹ ਸੱਤਿਆਗ੍ਰਹੀਆਂ ਦੀ ਮਦਦ ਲਈ ਕਰਾਚੀ ਜੇਲ੍ਹ ਵੀ ਗਏ। ਸਤੰਬਰ 1942 ਵਿੱਚ ਜਦੋਂ ਭਾਰਤ ਛੱਡੋ ਅੰਦੋਲਨ ਸਿਖਰ 'ਤੇ ਸੀ ਤਾਂ ਉਹਨਾਂ ਨੇ ਡਿਫੈਂਸ ਕੌਂਸਲ ਤੋਂ ਅਸਤੀਫਾ ਦੇ ਦਿੱਤਾ ਅਤੇ ਵਿਰੋਧ ਵਿੱਚ ਅੰਗਰੇਜ਼ਾਂ ਵੱਲੋਂ ਦਿੱਤੀ ਗਈ ਪਦਵੀ ਵਾਪਸ ਕਰ ਦਿੱਤੀ।
ਬਦਕਿਸਮਤੀ ਨਾਲ ਮੁਸਲਿਮ ਲੀਗ ਦੇ ਕੱਟੜਵਾਦੀਆਂ ਨੇ 14 ਮਈ 1943 ਨੂੰ ਬਹਾਦਰ ਰਾਸ਼ਟਰਵਾਦੀ ਅੱਲਾ ਬਖਸ਼ ਸੂਮਰੋ ਦੀ ਉਸ ਵੇਲੇ ਹੱਤਿਆ ਕਰ ਦਿੱਤੀ ਜਦੋਂ ਉਹ ਟਾਂਗੇ ਵਿੱਚ ਬੈਠ ਕੇ ਆਪਣੇ ਸ਼ਹਿਰ ਤੋਂ ਸ਼ਿਕਾਰਪੁਰ ਜਾ ਰਹੇ ਸਨ। ਮਾਤ ਭੂਮੀ ਦੇ ਮਹਾਨ ਸੁਪੁੱਤਰ ਅੱਲਾ ਬਖਸ਼ ਸੂਮਰੋ ਨੂੰ ਸਾਡਾ 100 ਵਾਰ ਨਮਨ।